ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ ਬੀਏ ਫਸਟ ਈਅਰ ਸਟੂਡੈਂਟਸ ਵਾਸਤੇ ਹੈ। ਸੋ ਬੀਏ ਪਾਰਟ 1 ਦੇ ਪੰਜਾਬ ਯੂਨੀਵਰਸਿਟੀ ਜਾਂ ਸ਼ਾਇਦ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ 'ਚ ਇੱਕ ਟੌਪਿਕ ਹੈਗਾ ਡਿਸਟਿੰਕਸ਼ਨ ਬਿਟਵੀਨ ਪੋਲੀਟੀਕਲ ਥਿਊਰੀ ਐਂਡ ਪੋਲੀਟੀਕਲ ਸਾਇੰਸ। ਰਾਜਨੀਤੀ ਸ਼ਾਸਤਰ ਤੇ ਰਾਜਨੀਤੀ ਸਿਧਾਂਤ ਵਿੱਚ ਅੰਤਰ ਕੀ ਹੈ। ਸੋ ਇਸ ਟੌਪਿਕ ਤੇ ਇੱਕ ਅਲੱਗ ਵੀਡੀਓ ਬਣਾ ਕੇ ਮੈਂ ਦੇ ਰਿਹਾ ਵਾਂ। ਉਹ ਸਟੂਡੈਂਟ ਜਿਹਨਾਂ ਦੇ ਸਿਲੇਬਸ ਹੈਗਾ ਉਹ ਜ਼ਰੂਰ ਇਹਨੂੰ ਦੇਖ ਲੈਣ। ਸੋ ਵਾਟ ਇਜ਼ ਪੋਲੀਟੀਕਲ ਸਾਇੰਸ ਐਂਡ ਵਾਟ ਇਜ਼ ਪੋਲੀਟੀਕਲ ਥਿਊਰੀ। ਪਹਿਲਾਂ ਥਿਊਰੀ ਦੀ ਗੱਲ ਕਰਾਂਗੇ। ਰਾਜਨੀਤਿਕ ਸਿਧਾਂਤ ਕੀ ਹੈ। ਪਿਆਰੇ ਵਿਦਿਆਰਥੀਓ, ਰਾਜਨੀਤਿਕ ਸਿਧਾਂਤ ਰਾਜਨੀਤੀ ਸ਼ਾਸਤਰ ਵਾਂਗ ਹੀ ਹੈ। ਬੇਸਿਕਲੀ ਇਹ ਉਹਦਾ ਇੱਕ ਪੱਖ ਹੀ ਹੈ, ਇਹ ਉਹਦਾ ਇੱਕ ਅੰਗ ਹੀ ਹੈ। ਕਹਿੰਦੇ ਰਾਜਨੀਤਿਕ ਸਿਧਾਂਤ ਉਹਨਾਂ ਵਿਚਾਰਾਂ ਦਾ ਸਮੂਹ ਹੈ ਜਿਨ੍ਹਾਂ ਦੇ ਆਧਾਰ ਤੇ ਰਾਜਨੀਤਿਕ ਤੱਥਾਂ ਜਾਂ ਰਾਜ ਦੇ ਸਰਵਪੱਖੀ ਸਰੂਪ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਸੋ ਰਾਜਨੀਤਿਕ ਤੱਥਾਂ ਦੇ ਨੈਤਿਕ, ਦਾਰਸ਼ਨਿਕ ਅਤੇ ਵਿਵਹਾਰਕ ਪੱਖਾਂ ਦੀ ਉਚਿਤ ਵਿਆਖਿਆ ਜਿਹੜੀ ਹੈ, ਇਹਨੂੰ ਹੀ ਰਾਜਨੀਤਿਕ ਸਿਧਾਂਤ ਕਹਿੰਦੇ ਆ। ਰਾਜਨੀਤਿਕ ਸਿਧਾਂਤ ਵਿੱਚ ਅਜਿਹੇ ਅਨੁਮਾਨ ਜਾਂ ਕਲਪਿਤ ਧਾਰਨਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਰਾਜਨੀਤਿਕ ਤੱਥਾਂ ਜਾਂ ਸਮੱਗਰੀ ਸੰਬੰਧੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਠੀਕ ਹੈ। ਸੋ ਇਸ ਤਰ੍ਹਾਂ ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਦਾ ਹੀ ਇੱਕ ਉਪ ਸ਼ਾਖਾ ਹੈ ਤੇ ਇਹ ਉਪ ਸ਼ਾਖਾ ਰਾਜਨੀਤਿਕ ਦਰਸ਼ਨ ਵਿੱਚ ਵੀ ਸ਼ਾਮਲ ਹੈ। ਠੀਕ ਹੈ। ਸੋ ਰਾਜਨੀਤਿਕ ਸਿਧਾਂਤ ਉਹਨਾਂ ਵਿਚਾਰਾਂ, ਨਮੂਨਿਆਂ ਤੇ ਸਿੱਟਿਆਂ ਦਾ ਸਮੂਹ ਹੈ ਜਿਨ੍ਹਾਂ ਦੇ ਆਧਾਰ ਤੇ ਰਾਜਨੀਤਿਕ ਘਟਨਾਵਾਂ ਜਾਂ ਰਾਜਨੀਤਿਕ ਤੱਥ ਦੀ ਉਚਿਤ ਵਿਆਖਿਆ ਕੀਤੀ ਜਾ ਸਕਦੀ ਹੈ। ਠੀਕ ਹੈ। ਸੋ ਜਿਹੜੀ ਰਾਜਨੀਤੀ ਸ਼ਾਸਤਰ ਹੈ ਉਹਦੇ ਬਾਰੇ ਆਪਾਂ ਦੇਖਾਂਗੇ। ਤੁਹਾਨੂੰ ਪਤਾ ਰਾਜਨੀਤੀ ਸ਼ਾਸਤਰ ਬੇਸਿਕਲੀ ਪਰੰਪਰਾਵਾਦੀ ਵਿਦਵਾਨ ਮੰਨਦੇ ਸੀ ਵੀ ਰਾਜਨੀਤੀ ਸ਼ਾਸਤਰ ਰਾਜ ਦਾ ਗਿਆਨ ਹੈ। ਜਿਵੇਂ ਗਵਰਨਰ ਨੇ ਕਿਹਾ ਸੀ ਰਾਜਨੀਤੀ ਵਿਗਿਆਨ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਠੀਕ ਹੈ। ਇਸ ਤੋਂ ਬਾਅਦ ਵੱਖ-ਵੱਖ ਵਿਦਵਾਨਾਂ ਨੇ ਕਿਹਾ। ਹੈਰੋਲਡ ਲਾਸਵੈਲ ਨੇ ਮਾਡਰਨ ਵਿਦਵਾਨ ਹੈ, ਉਹਨੇ ਕਿਹਾ ਰਾਜਨੀਤੀ ਪ੍ਰਭਾਵ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਵਿਅਕਤੀਤਵ ਦਾ ਜਾਂ ਵਿਅਕਤੀਆਂ ਦਾ ਅਧਿਐਨ ਹੈ। ਠੀਕ ਹੈ। ਸੋ ਡੇਵਿਡ ਈਸਟਨ ਨੇ ਕੀ ਆਖਿਆ, ਉਹਨੇ ਕਿਹਾ ਰਾਜਨੀਤੀ ਕਦਰਾਂ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ। ਠੀਕ ਹੈ। ਸੋ ਅਥਾਰਟੇਟਿਵ ਐਲੋਕੇਸ਼ਨ ਆਫ ਵੈਲਿਊਜ਼ ਦੀ ਗੱਲ ਕੀਤੀ ਜਾਂਦੀ ਹੈ ਡੇਵਿਡ ਈਸਟਨ ਦੇ ਦੁਆਰਾ। ਸੋ ਇਸ ਤਰ੍ਹਾਂ ਜਿਹੜਾ ਰਾਜਨੀਤੀ ਸ਼ਾਸਤਰ ਹੈ ਉਹ ਰਾਜਨੀਤੀ ਜਿਹੜਾ ਰਾਜ ਦੀ ਸਟੱਡੀ ਹੈ, ਪੋਲੀਟੀਕਲ ਸਿਸਟਮ ਦੀ ਸਟੱਡੀ ਹੈ। ਸੋ ਤੁਹਾਨੂੰ ਪਤਾ ਹੈ ਪਰੰਪਰਾਵਾਦੀ ਜਿਹੜੇ ਰਾਜਨੀਤੀ ਵਿਗਿਆਨ ਨੇ ਉਹ ਰਾਜ ਨੂੰ ਰਾਜਨੀਤੀ ਸ਼ਾਸਤਰ ਦਾ ਕੇਂਦਰੀ ਬਿੰਦੂ ਮੰਨਦੇ ਨੇ, ਜਦੋਂ ਕਿ ਜਿਹੜੇ ਆਧੁਨਿਕ ਵਿਦਵਾਨ ਨੇ ਉਹ ਰਾਜਨੀਤਿਕ ਪ੍ਰਣਾਲੀ ਨੂੰ ਇਹਦਾ ਕੇਂਦਰੀ ਬਿੰਦੂ ਮੰਨਦੇ ਨੇ ਤੇ ਬਹੁਪੱਖੀ ਅਧਿਐਨ ਜਿਹੜਾ ਵਾ ਇਹਦੇ ਅਧੀਨ ਕਰਦੇ ਨੇ। ਸੋ ਇਸ ਤਰ੍ਹਾਂ ਜਿਵੇਂ ਜਿੱਥੋਂ ਪਹਿਲੇ ਰਾਜ ਸੀ ਉੱਥੇ ਹੁਣ ਰਾਜਨੀਤਿਕ ਪ੍ਰਣਾਲੀ ਨੇ ਉਹ ਜਗ੍ਹਾ ਲੈ ਲਈ ਹੈ। ਪਿਆਰੇ ਵਿਦਿਆਰਥੀਓ, ਅਗਲੀ ਗੱਲ ਕਰੀਏ ਤੇ ਇਹਨਾਂ 'ਚ ਅੰਤਰ ਕੀ ਹੈ। ਮੇਨ ਕੁਐਸਚਨ ਇੱਥੇ ਅੰਤਰ ਦਾ ਹੀ ਹੈ। ਸੋ ਪਹਿਲਾ ਅੰਤਰ ਇਹ ਹੈ ਵੀ ਰਾਜਨੀਤੀ ਸਿਧਾਂਤ ਰਾਜਨੀਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ, ਇਹ ਇੱਕ ਉਹਦਾ ਪਾਰਟ ਹੈ, ਹਿੱਸਾ ਹੈ। ਰਾਜਨੀਤਿਕ ਸਿਧਾਂਤ ਯਾਨੀ ਪੋਲੀਟੀਕਲ ਥਿਊਰੀ ਇਜ਼ ਅ ਪਾਰਟ ਆਫ ਪੋਲੀਟੀਕਲ ਸਾਇੰਸ। ਰਾਜਨੀਤੀ ਸਿਧਾਂਤ ਇੱਕ ਸੁਤੰਤਰ ਅਕਾਦਮਿਕ ਵਿਸ਼ਾ ਨਹੀਂ ਹੈ, ਇਹ ਇੱਕ ਅਕਾਦਮਿਕ ਸਬਜੈਕਟ ਨਹੀਂ ਹੈ, ਸਗੋਂ ਇਹ ਰਾਜਨੀਤੀ ਵਿਗਿਆਨ ਦਾ ਹੀ ਇੱਕ ਸ਼ਾਖਾ ਹੈ, ਇੱਕ ਪਾਰਟ ਹੈ। ਰਾਜਨੀਤੀ ਦਰਸ਼ਨ, ਰਾਜਨੀਤਿਕ ਵਿਚਾਰ, ਰਾਜਨੀਤਿਕ ਵਿਚਾਰਧਾਰਾ, ਰਾਜਨੀਤਿਕ ਵਿਗਿਆਨ, ਇਹ ਰਾਜਨੀਤੀ ਸ਼ਾਸਤਰ ਦੀਆਂ ਵੱਖ-ਵੱਖ ਧਾਰਾਵਾਂ ਨੇ। ਠੀਕ ਹੈ। ਹਰੇਕ ਸ਼ਾਖਾ ਕਿਸੇ ਵਿਸ਼ੇਸ਼ ਜਾਂ ਵਿਸ਼ਿਆਂ ਨਾਲ ਸੰਬੰਧਿਤ ਹੁੰਦੀ ਹੈ। ਸੋ ਰਾਜਨੀਤਿਕ ਸਿਧਾਂਤ ਹੈ ਜਿਹੜਾ ਇਹ ਰਾਜਨੀਤਿਕ ਵਿਗਿਆਨ ਯਾਨੀ ਪੋਲੀਟੀਕਲ ਸਾਇੰਸ ਦਾ ਹੀ ਇੱਕ ਪਾਰਟ ਹੈ, ਜਿਸ ਦਾ ਮੁੱਖ ਉਦੇਸ਼ ਰਾਜਨੀਤਿਕ ਤੱਥਾਂ ਜਾਂ ਸਮੱਗਰੀ ਦਾ ਵਿਸ਼ਲੇਸ਼ਣ ਕਰਕੇ ਸਿਧਾਂਤ ਨਿਸ਼ਚਿਤ ਕਰਨਾ। ਰਾਜਨੀਤਿਕ ਸਿਧਾਂਤ ਦਾ ਮਤਲਬ ਇਹ ਹੈ ਵੀ ਇਹ ਸਿਧਾਂਤ ਨਿਸ਼ਚਿਤ ਕੀਤਾ ਜਾਂਦਾ ਵਾ। ਠੀਕ ਹੈ। ਸੋ ਵਿਸ਼ੇ ਦੇ ਰੂਪ ਵਿੱਚ ਰਾਜਨੀਤਿਕ ਸਿਧਾਂਤ ਕਿਸੇ ਇੱਕ ਰਾਜਨੀਤਿਕ ਸਿਧਾਂਤ ਦਾ ਨਾਂ ਨਹੀਂ, ਸਗੋਂ ਸਿਰਲੇਖ ਹੇਠ ਵੱਖ-ਵੱਖ ਰਾਜਨੀਤਿਕ ਸਿਧਾਂਤਾਂ ਦਾ ਸਮੂਹ ਹੈ। ਇਸ ਤੋਂ ਉਲਟ ਰਾਜਨੀਤੀ ਵਿਗਿਆਨ ਜਿਸ ਸ਼ਾਖਾ ਦਾ ਮੁੱਖ ਕੰਮ ਸਿਧਾਂਤਾਂ ਦਾ ਨਿਰਮਾਣ ਕਰਨਾ ਹੈ, ਉਹ ਸ਼ਾਖਾ ਨੂੰ ਰਾਜਨੀਤੀ ਸਿਧਾਂਤ ਦਾ ਨਾਂ ਦਿੱਤਾ ਗਿਆ ਹੈ। ਸੋ ਇਸ ਕਰਕੇ ਇਹਨੂੰ ਕਿਹਾ ਜਾਂਦਾ ਵੀ ਪੋਲੀਟੀਕਲ ਸਾਇੰਸ ਦਾ ਇੱਕ ਪਾਰਟ ਹੈ। ਦੂਜੀ ਗੱਲ, ਰਾਜਨੀਤੀ ਸਿਧਾਂਤ ਰਾਜਨੀਤਿਕ ਵਿਗਿਆਨ ਦਾ ਇਹ ਕਿਉਂ ਤੇ ਇਹ ਕੀ ਵਾਲਾ ਭਾਗ ਹੈ। ਕਿਹੜਾ ਭਾਗ ਹੈ ਵੀ ਸੋ ਵਟ ਵਾਈ ਦਿਸ ਇਜ਼। ਸੋ ਇਹ ਕਿਹਾ ਜਾਂਦਾ ਵਾ ਵੀ ਇਹ ਇੱਕ ਸ਼ਾਖਾ ਵਾ
ਰੋਡੀ ਐਂਡਰਸਨ ਅਤੇ ਕ੍ਰਿਸਟੇਲ ਵਿਦਵਾਨ ਨੇ, ਉਹਨਾਂ ਦਾ ਕਥਨ ਹੈ, ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਦਾ ਇਹ ਕੀ ਵਾਲਾ ਭਾਗ ਹੈ। ਵਾਟ ਇਜ਼ ਦਿਸ? ਇਹ ਉਹ ਵਿਭਾਗ ਹੈ ਜਿੱਥੇ ਅੰਕ ਸ਼ਾਸਤਰੀ ਯਾਨੀ ਸਟੈਟਿਸਟੀਕਲ, ਮਨੋਵਿਗਿਆਨੀ, ਸਮਾਜ ਸ਼ਾਸਤਰੀ ਤੇ ਬਾਕੀ ਖੋਜੀਆਂ ਦੇ ਸਿੱਟਿਆਂ ਜਾਂ ਜਿਹੜੇ ਸਿੱਟੇ ਕੱਢਦੇ ਨੇ ਉਹਨਾਂ ਨੂੰ ਨਾਪਿਆ ਤੋਲਿਆ ਜਾਂਦਾ ਹੈ। ਠੀਕ ਹੈ, ਉਹਨਾਂ ਦੀ ਤੁਲਨਾਤਮਕ ਅਧਿਐਨ ਕੀਤਾ ਜਾਂਦਾ, ਭਾਵ ਕੰਪੈਰੇਟਿਵ ਸਟੱਡੀ ਕੀਤੀ ਜਾਂਦੀ ਹੈ ਤੇ ਉਹਨਾਂ ਸੰਬੰਧੀ ਵਿਚਾਰ ਪੇਸ਼ ਕਰਕੇ ਅੰਤ ਵਿੱਚ ਸਮੱਗਰੀ ਤਿਆਰ ਕੀਤੀ ਜਾਂਦੀ ਹੈ ਤੇ ਨਿਸ਼ਚਿਤ ਅਰਥ ਕੱਢੇ ਜਾਂਦੇ ਨੇ। ਇਸੇ ਤਰ੍ਹਾਂ ਇਹਨਾਂ ਦਾ ਵਿਚਾਰ ਆ ਵੀ ਰਾਜਨੀਤਿਕ ਸਿਧਾਂਤਕਾਰ ਕਿਸੇ ਰਾਜਨੀਤਿਕ ਪ੍ਰਣਾਲੀ, ਘਟਨਾ ਜਾਂ ਵਿਧੀ ਜਾਂ ਸੰਸਥਾ ਦੀ ਕਾਰਜ ਪ੍ਰਣਾਲੀ ਸੰਬੰਧੀ ਸਿਧਾਂਤ ਨਿਸ਼ਚਿਤ ਕਰਨ ਲਈ ਹਰ ਪ੍ਰਕਾਰ ਦੀ ਸਮੱਗਰੀ ਦਾ ਨਿਰੀਖਣ ਕਰਦੇ ਨੇ। ਠੀਕ ਹੈ, ਤੇ ਆਪਣੇ ਨਿਰੀਖਣ ਦੇ ਆਧਾਰ ਤੇ ਕੁਝ ਸਿੱਟੇ ਵੀ ਕੱਢਦੇ ਨੇ। ਸੋ ਕੁਝ ਵਿਦਵਾਨਾਂ ਦਾ ਵਿਚਾਰ ਹੈ ਵੀ ਜਦੋਂ ਨਿਰੀਖਣ ਅਧੀਨ ਰਾਜਨੀਤਿਕ ਸਮੱਗਰੀ ਸੰਬੰਧੀ ਇਹ ਕਿਉਂ ਹੈ ਤੇ ਇਹ ਕੀ ਹੈ ਦੇ ਪ੍ਰਸ਼ਨ ਦਾ ਉੱਤਰ ਤਲਾਸ਼ ਕਰ ਰਿਹਾ ਹੁੰਦਾ ਤੇ ਸਮਝ ਲਓ ਰਾਜਨੀਤਿਕ ਸਿਧਾਂਤ ਦੀ ਗੱਲ ਹੋ ਰਹੀ ਹੈ। ਉਸ ਦੇ ਅਜਿਹੇ ਉੱਤਰ ਰਾਜਨੀਤਿਕ ਸਿਧਾਂਤ ਦਾ ਰੂਪ ਧਾਰਨ ਕਰਦੇ ਹਨ। ਨੈਕਸਟ ਹੈ ਤੀਜੀ ਆਪਾਂ ਗੱਲ ਵਿੱਚ ਕੀ ਕਰਾਂਗੇ ਅੰਤਰ ਵੀ ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਨੂੰ ਵਿਗਿਆਨਕਤਾ ਪ੍ਰਦਾਨ ਕਰਦਾ, ਜਦੋਂ ਕਿ ਰਾਜਨੀਤਿਕ ਵਿਗਿਆਨ ਰਾਜਨੀਤਿਕ ਸਿਧਾਂਤ ਨੂੰ ਵਿਸ਼ਲੇਸ਼ਣ ਲਈ ਸਮੱਗਰੀ ਦਿੰਦਾ। ਸੋ ਪੋਲੀਟੀਕਲ ਸਾਇੰਸ ਤਾਂ ਹੀ ਅਖਵਾਉਂਦੀ ਹੈ, ਵਿਗਿਆਨ ਤਾਂ ਹੀ ਅਖਵਾਉਂਦੀ ਹੈ ਕਿਉਂਕਿ ਰਾਜਨੀਤਿਕ ਸਿਧਾਂਤ ਨੇ ਇਹਨੂੰ ਪ੍ਰਦਾਨ ਕੀਤਾ ਵਾ, ਵਿਗਿਆਨਕ ਵਿਸ਼ਲੇਸ਼ਣ ਕਰਕੇ ਦਿੱਤਾ ਵਾ। ਰਾਜਨੀਤਿਕ ਸਿਧਾਂਤ ਨੂੰ ਵਿਸ਼ਲੇਸ਼ਣ ਕਰਨ ਲਈ ਰਾਜਨੀਤਿਕ ਸਮੱਗਰੀ ਦੀ ਲੋੜ ਹੁੰਦੀ ਹੈ ਤੇ ਰਾਜਨੀਤਿਕ ਸਿਧਾਂਤ ਨੂੰ ਇਹ ਸਮੱਗਰੀ ਪੋਲੀਟੀਕਲ ਸਾਇੰਸ ਯਾਨੀ ਰਾਜਨੀਤਿਕ ਵਿਗਿਆਨ ਪ੍ਰਦਾਨ ਕਰਦਾ। ਉਹ ਸਮੱਗਰੀ ਦਾ ਵਿਸ਼ਲੇਸ਼ਣ ਕਰਕੇ ਜੋ ਸਿਧਾਂਤ ਨਿਸ਼ਚਿਤ ਕੀਤੇ ਜਾਂਦੇ ਨੇ ਉਹਨਾਂ ਨੂੰ ਰਾਜਨੀਤਿਕ ਵਿਗਿਆਨ ਕਿਹਾ ਜਾਂਦਾ। ਠੀਕ ਹੈ ਜੀ, ਸੋ ਇਸ ਤਰ੍ਹਾਂ ਸਿਧਾਂਤ ਨਿਰਮਾਣ ਦਾ ਕਾਰਜ ਰਾਜਨੀਤਿਕ ਸਿਧਾਂਤ ਦੁਆਰਾ ਕੀਤਾ ਜਾਂਦਾ ਤੇ ਸਿਧਾਂਤ ਰਾਜਨੀਤਿਕ ਸਿਧਾਂਤ ਨੂੰ ਵਿਗਿਆਨਕਤਾ ਪ੍ਰਦਾਨ ਕਰਦੇ ਨੇ। ਬੇਟਾ ਚੌਥਾ ਪੁਆਇੰਟ ਇਹਦੇ ਚ ਹੈਗਾ ਰਾਜਨੀਤਿਕ ਸਮੱਗਰੀ ਦਾ ਮੁਲਾਂਕਣ ਰਾਜਨੀਤਿਕ ਵਿਗਿਆਨ ਨਹੀਂ ਸਗੋਂ ਰਾਜਨੀਤਿਕ ਸਿਧਾਂਤ ਕਰਦਾ। ਕਹਿੰਦੇ ਜਿੰਨੀ ਵੀ ਰਾਜਨੀਤਿਕ ਸਮੱਗਰੀ ਹੁੰਦੀ ਹੈ, ਮਟੀਰੀਅਲ ਹੈ, ਪੋਲੀਟੀਕਲ ਮਟੀਰੀਅਲ ਹੈ, ਇਹਦਾ ਮੁਲਾਂਕਣ ਜਿਹੜਾ ਵਾ ਉਹ ਪੋਲੀਟੀਕਲ ਸਾਇੰਸ ਨਹੀਂ ਕਰਦੀ, ਉਹ ਪੋਲੀਟੀਕਲ ਥਿਊਰੀ ਕਰਦੀ ਹੈ, ਭਾਵ ਰਾਜਨੀਤਿਕ ਸਿਧਾਂਤ ਉਹਦਾ ਮੁਲਾਂਕਣ ਕਰਦਾ ਵਾ। ਰਾਜਨੀਤਿਕ ਸਮੱਗਰੀ ਦਾ ਅਧਿਐਨ ਰਾਜਨੀਤਿਕ ਸਿਧਾਂਤ ਦੇ ਵਿਸ਼ੇ ਲਈ ਜ਼ਰੂਰੀ ਹੈ, ਪਰ ਅਜਿਹਾ ਅਧਿਐਨ ਕੇਵਲ ਅਧਿਐਨ ਦੇ ਮੰਤਵ ਨਾਲ ਹੀ ਨਹੀਂ ਕੀਤਾ ਜਾਂਦਾ। ਅਜਿਹੇ ਅਧਿਐਨ ਦਾ ਕੁਝ ਵਿਸ਼ੇਸ਼ ਉਦੇਸ਼ ਜ਼ਰੂਰ ਹੁੰਦਾ। ਰਾਜਨੀਤਿਕ ਸਿਧਾਂਤਕਾਰ ਉਸ ਰਾਜਨੀਤਿਕ ਸਮੱਗਰੀ ਦੀ ਵਿਆਖਿਆ ਕਰਦੇ ਨੇ ਤੇ ਜਿਸ ਦਾ ਉਹਨਾਂ ਨੇ ਖੋਜਪੂਰਨ ਅਧਿਐਨ ਕੀਤਾ ਵਾ, ਭਾਵ ਰਿਸਰਚ ਕੀਤੀ ਹੈ। ਵਿਆਖਿਆ ਦੇ ਨਾਲ ਨਾਲ ਉਸ ਰਾਜਨੀਤਿਕ ਸਮੱਗਰੀ ਦਾ ਮੁਲਾਂਕਣ ਯਾਨੀ ਐਨਾਲਿਸਿਸ ਵੀ ਕੀਤਾ ਜਾਂਦਾ। ਇਹ ਮੁਲਾਂਕਣ ਲੋਕਾਂ ਦੀਆਂ ਲੋੜਾਂ, ਇੱਛਾਵਾਂ ਤੇ ਉਹਨਾਂ ਦੇ ਪ੍ਰਸੰਗ ਵਿੱਚ ਹੁੰਦਾ ਹੈ। ਜੇਕਰ ਅਜਿਹਾ ਮੁਲਾਂਕਣ ਨਾ ਕੀਤਾ ਜਾਏ ਤਾਂ ਰਾਜਨੀਤਿਕ ਸਿਧਾਂਤ ਦਾ ਅਧਿਐਨ ਖੇਤਰ ਅਧੂਰਾ ਰਹੇਗਾ। ਠੀਕ ਹੈ, ਸੋ ਰਾਜਨੀਤਿਕ ਸਮੱਗਰੀ ਦਾ ਮੁਲਾਂਕਣ ਰਾਜਨੀਤਿਕ ਵਿਗਿਆਨ ਦੇ ਖੇਤਰ ਵਿੱਚ ਨਹੀਂ ਸਗੋਂ ਰਾਜਨੀਤਿਕ ਸਿਧਾਂਤ ਦੇ ਖੇਤਰ ਵਿੱਚ ਆਉਂਦਾ। ਠੀਕ ਹੈ, ਰਾਜਨੀਤਿਕ ਸਿਧਾਂਤਕਾਰ ਲਈ ਇਹ ਮੁਲਾਂਕਣ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਸਿਧਾਂਤ ਨਿਰਮਾਣ ਥਿਊਰੀ ਬਿਲਡਿੰਗ ਦਾ ਕਾਰਜ ਨਹੀਂ ਹੋ ਸਕਦਾ। ਨੈਕਸਟ ਹੈਗਾ ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਨੂੰ ਆਦਰਸ਼ਮਈ ਅਨੁਸ਼ਾਸਨ ਦਾ ਤੱਤ ਪ੍ਰਦਾਨ ਕਰਦਾ। ਪੋਲੀਟੀਕਲ ਥਿਊਰੀ ਗਿਵਸ ਟੂ ਪੋਲੀਟੀਕਲ ਸਾਇੰਸ ਦਾ ਐਲੀਮੈਂਟ ਆਫ ਨੋਰਮੈਟਿਵ ਡਿਸਿਪਲਿਨ। ਕਹਿੰਦੇ ਰਾਜਨੀਤੀ ਸ਼ਾਸਤਰ ਨੂੰ ਆਦਰਸ਼ਮਈ ਬਣਾਉਣ ਵਾਸਤੇ ਜ਼ਰੂਰੀ ਹੈ ਬਈ ਰਾਜਨੀਤੀ ਸ਼ਾਸਤਰ ਨੂੰ ਜਿਹੜਾ ਵਾ ਸਿਧਾਂਤ ਨੂੰ ਖੁੱਲ੍ਹ ਦਿੱਤੀ ਜਾਏ। ਸੋ ਰਾਜਨੀਤਿਕ ਦਰਸ਼ਨ ਰਾਜਨੀਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ। ਇਹ ਸ਼ਾਖਾ ਮੁੱਖ ਤੌਰ ਤੇ ਰਾਜਨੀਤਿਕ ਸਮੱਸਿਆਵਾਂ ਆਦਰਸ਼ਮਈ ਅਤੇ ਨੈਤਿਕ ਪੱਖ ਨਾਲ ਸੰਬੰਧਿਤ ਹੈ। ਰਾਜ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਰਾਜ ਨੂੰ ਕਿਸ ਪ੍ਰਕਾਰ ਕੰਮ ਕਰਨੇ ਚਾਹੀਦੇ ਨੇ, ਸਮਾਜਿਕ ਜੀਵਨ ਦੇ ਕਿਹੜੇ ਖੇਤਰ ਵਿੱਚ ਰਾਜ ਨੂੰ ਦਖਲ ਨਹੀਂ ਦੇਣਾ ਚਾਹੀਦਾ। ਸੋ ਰਾਜ ਸੰਬੰਧੀ ਅਜਿਹੇ ਪ੍ਰਸ਼ਨ ਰਾਜਨੀਤਿਕ ਦਰਸ਼ਨ ਦੇ ਖੇਤਰ ਚ ਆਉਂਦੇ ਨੇ ਯਾਨੀ ਕਿ ਪੋਲੀਟੀਕਲ ਫਿਲਾਸਫੀ ਦੇ ਖੇਤਰ ਚ ਆਉਂਦੇ ਆ, ਪਰ ਅਜਿਹੇ ਆਦਰਸ਼ਮਈ ਪ੍ਰਸ਼ਨ ਰਾਜਨੀਤਿਕ ਸਿਧਾਂਤ ਵਿਸ਼ੇ ਦੇ ਖੇਤਰ ਤੋਂ ਵੀ ਬਾਹਰ ਨਹੀਂ ਹਨ। ਜਦੋਂ ਤੱਕ ਰਾਜਨੀਤਿਕ ਸਮੱਸਿਆ ਦੇ ਆਦਰਸ਼ਮਈ ਤੇ ਨੈਤਿਕ ਪੱਧਰ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ
ਉਦੋਂ ਤੱਕ ਅਜਿਹੇ ਰਾਜਨੀਤਿਕ ਸਿਧਾਂਤ ਨਿਸ਼ਚਿਤ ਨਹੀਂ ਹੋ ਸਕਦੇ। ਰੋਬਰਟਸ ਨੇ ਲਿਖਿਆ, ਰਾਜਨੀਤਿਕ ਸਿਧਾਂਤ ਦੇ ਰਾਜਨੀਤਿਕ ਪ੍ਰਣਾਲੀ ਦੇ ਅਧਿਐਨ ਦਾ ਉਹ ਖੇਤਰ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਰਾਜਨੀਤਿਕ ਦਰਸ਼ਨ ਅਤੇ ਪ੍ਰਯੋਗ ਰਾਜਨੀਤਿਕ ਵਿਸ਼ਲੇਸ਼ਣ ਕਿਹਾ ਜਾਂਦਾ। ਪ੍ਰਯੋਗ ਲਈ ਰਾਜਨੀਤਿਕ ਵਿਸ਼ਲੇਸ਼ਣ ਕਿਹਾ ਜਾਂਦਾ, ਭਾਵ ਵਿਸ਼ਲੇਸ਼ਣ ਕਰਨ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇੱਕ ਦੋ ਪੁਆਇੰਟ ਹੋਰ ਆਪਾਂ ਡਿਸਕਸ ਕਰ ਲੈਂਦੇ ਆ। ਰਾਜਨੀਤੀ ਵਿਗਿਆਨ ਦੀਆਂ ਕਈ ਸ਼ਾਖਾਵਾਂ ਹਨ, ਪਰ ਰਾਜਨੀਤੀ ਸਿਧਾਂਤ ਇਕਾਤਮਕ ਰੂਪ ਦਾ ਵਿਸ਼ਾ ਹੈ। ਕਹਿੰਦੇ ਪੋਲੀਟੀਕਲ ਸਾਇੰਸ ਦੀਆਂ ਸ਼ਾਖਾਵਾਂ ਬਹੁਤ ਨੇ, ਪਰ ਪੋਲੀਟੀਕਲ ਥਿਊਰੀ ਆਪਣੇ ਆਪ ਵਿੱਚ ਇੱਕ ਸ਼ਾਖਾ ਹੈ। ਸੋ ਰਾਜਨੀਤੀ ਦਰਸ਼ਨ ਯਾਨੀ ਪੋਲੀਟੀਕਲ ਫਿਲਾਸਫੀ, ਪੋਲੀਟੀਕਲ ਥਾਟ ਯਾਨੀ ਰਾਜਨੀਤਿਕ ਵਿਚਾਰ, ਰਾਜਨੀਤਿਕ ਵਿਚਾਰਧਾਰਾ, ਪੋਲੀਟੀਕਲ ਆਈਡੀਓਲੋਜੀ, ਰਾਜਨੀਤਿਕ ਸਿਧਾਂਤ, ਇਹ ਸਾਰੇ ਪੋਲੀਟੀਕਲ ਸਾਇੰਸ ਦੀਆਂ ਸ਼ਾਖਾਵਾਂ ਨੇ, ਪਾਰਟਸ ਨੇ, ਤੁਸੀਂ ਕਹਿ ਸਕਦੇ ਹੋ ਇਹਦੇ ਵਿੰਗਸ ਨੇ, ਠੀਕ ਹੈ। ਸੋ ਸ਼ਾਖਾਵਾਂ ਨੇ, ਪਰ ਰਾਜਨੀਤੀ ਸਿਧਾਂਤ ਦੀਆਂ ਆਪਣੀ ਕੋਈ ਸ਼ਾਖਾ ਨਹੀਂ, ਪੋਲੀਟੀਕਲ ਥਿਊਰੀ ਦੀ ਆਪਣੀ ਕੋਈ ਸ਼ਾਖਾ ਨਹੀਂ, ਸਗੋਂ ਉਹ ਆਪ ਪੋਲੀਟੀਕਲ ਸਾਇੰਸ ਦੀ ਇੱਕ ਸ਼ਾਖਾ ਹੈ, ਠੀਕ ਹੈ। ਸੋ ਇਸ ਕਰਕੇ ਰਾਜਨੀਤੀ ਸਿਧਾਂਤ ਰਾਜਨੀਤਿਕ ਵਿਗਿਆਨ ਦੇ ਵਿਸ਼ਾ ਵਸਤੂ ਦੇ ਵੱਖ-ਵੱਖ ਪੱਖਾਂ ਦਾ ਵਿਸ਼ਲੇਸ਼ਣ ਕਰਕੇ ਵੱਖ-ਵੱਖ ਸਰੂਪ ਦਾ ਸਿਧਾਂਤ ਨਿਸ਼ਚਿਤ ਕਰਦਾ ਹੈ, ਤੇ ਇਸ ਦਾ ਮੁੱਖ ਕੰਮ ਸਿਧਾਂਤ ਨਿਸ਼ਚਿਤ ਕਰਨਾ ਹੀ ਹੈ। ਨੈਕਸਟ ਹੈਗਾ ਰਾਜਨੀਤਿਕ ਸਿਧਾਂਤ ਦੇ ਖੇਤਰ ਦੇ ਮੁਕਾਬਲੇ ਰਾਜਨੀਤਿਕ ਵਿਗਿਆਨ ਦਾ ਖੇਤਰ ਬਹੁਤ ਵਿਸ਼ਾਲ ਹੈ। ਪੋਲੀਟੀਕਲ ਸਾਇੰਸ ਦਾ ਖੇਤਰ ਵਿਸ਼ਾਲ ਹੈ, ਪੋਲੀਟੀਕਲ ਥਿਊਰੀ ਦਾ ਖੇਤਰ ਜਿਹੜਾ ਉਹ ਛੋਟਾ ਵਾ, ਕਿਉਂਕਿ ਉਹ ਇੱਕ ਪਾਰਟ ਹੈ ਤੇ ਪੋਲੀਟੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਪਾਰਟ ਨੇ। ਸੋ ਇਸ ਤਰ੍ਹਾਂ ਜਿਹੜਾ ਪੋਲੀਟੀਕਲ ਸਾਇੰਸ ਯਾਨੀ ਰਾਜਨੀਤੀ ਵਿਗਿਆਨ ਦਾ ਖੇਤਰ ਵਿਸ਼ਾਲ ਹੈ ਤੇ ਰਾਜਨੀਤੀ ਸਿਧਾਂਤ ਦਾ ਖੇਤਰ ਜਿਹੜਾ ਉਹ ਸੰਕੁਚਿਤ ਹੈ, ਉਹ ਕੇਵਲ ਐਨਾਲਿਸਿਸ ਕਰਨ ਤੇ ਨਵੇਂ ਸਿਧਾਂਤ ਬਣਾਉਣ ਤੇ ਰਹਿੰਦਾ ਵਾ, ਠੀਕ ਹੈ। ਰਾਜਨੀਤੀ ਵਿਗਿਆਨ ਮੁੱਖ ਤੌਰ ਤੇ ਸੰਸਥਾਤਮਕ ਅਧਿਐਨ ਹੈ ਤੇ ਰਾਜਨੀਤੀ ਸਿਧਾਂਤ ਸਿਧਾਂਤਕ ਅਧਿਐਨ ਹੈ। ਪੋਲੀਟੀਕਲ ਸਾਇੰਸ ਜਿਹੜੀ ਆ ਖਾਸ ਤੌਰ ਤੇ ਇੰਸਟੀਟਿਊਸ਼ਨਲ ਸਟੱਡੀ ਹੈ, ਤੇ ਜਿਹੜਾ ਥਿਊਰੀ ਹੈ ਉਹ ਕਨਸੈਪਚੁਅਲ ਸਟੱਡੀ ਹੈ। ਕਨਸੈਪਚੁਅਲ ਸਟੱਡੀ ਮਤਲਬ ਸਿਧਾਂਤਕ ਹੈ, ਸਿਧਾਂਤ ਤਿਆਰ ਕਰਨੇ, ਸਿਧਾਂਤਾਂ ਦਾ ਵਿਸ਼ਲੇਸ਼ਣ ਕਰਨਾ, ਸਿਧਾਂਤਾਂ ਦੇ ਆਧਾਰ ਤੇ ਵਿਆਖਿਆ ਕਰਨੀ, ਭਵਿੱਖਬਾਣੀ ਕਰਨੀ, ਇਹ ਪੋਲੀਟੀਕਲ ਥਿਊਰੀ ਵਿੱਚ ਆਉਂਦਾ ਵਾ। ਸੋ ਇਹਨਾਂ ਪ੍ਰਸ਼ਨਾਂ ਦੇ ਉੱਤਰ ਰਾਜਨੀਤੀ ਵਿਗਿਆਨ ਇੱਕ ਸੰਸਥਾਤਮਕ ਅਧਿਐਨ ਦੇ ਰੂਪ ਵਿੱਚ ਕਰਦਾ ਹੈ, ਪਰ ਜਦੋਂ ਰਾਜਨੀਤੀ ਵਿਗਿਆਨ ਇਸ ਤੱਥ ਦਾ ਅਧਿਐਨ ਕਰਦਾ ਕਿ ਭਵਿੱਖ ਵਿੱਚ ਇਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਤਾਂ ਉਹ ਰਾਜਨੀਤੀ ਸਿਧਾਂਤ ਦੇ ਪੱਖ ਨੂੰ ਪ੍ਰਗਟਾ ਰਿਹਾ ਹੁੰਦਾ। ਸੋ ਰਾਜਨੀਤਿਕ ਸਿਧਾਂਤ ਕੁਝ ਸਿਧਾਂਤਾਂ ਦੇ ਆਧਾਰ ਤੇ ਰਾਜ ਦੀ ਭਵਿੱਖਮਈ ਰੂਪ ਨੂੰ ਨਿਸ਼ਚਿਤ ਕਰਦਾ। ਸੋ ਪਿਆਰੇ ਵਿਦਿਆਰਥੀਓ, ਦਿਸ ਵਾਸ ਆਲ ਅਬਾਊਟ ਪੋਲੀਟੀਕਲ ਥਿਊਰੀ ਐਂਡ ਪੋਲੀਟੀਕਲ ਸਾਇੰਸ। ਇਹ ਟੌਪਿਕ ਸੀ ਕਿਸੇ ਯੂਨੀਵਰਸਿਟੀ 'ਚ ਮੈਨੂੰ 2-3 ਸਟੂਡੈਂਟਸ ਨੇ ਬਾਰ-ਬਾਰ ਕਿਹਾ ਵੀ ਇਹ ਟੌਪਿਕ ਨੂੰ ਤੁਸੀਂ ਛੱਡ ਦਿੱਤਾ ਵਾ, ਤੇ ਇਹਨੂੰ ਜ਼ਰੂਰ ਡਿਸਕਸ ਕੀਤਾ ਜਾਏ, ਇਸ ਕਰਕੇ ਮੈਂ ਤੁਹਾਨੂੰ ਡਿਸਕਸ ਕੀਤਾ। ਸੋ ਅਸੀਂ ਨਿਚੋੜੇ ਕੱਢਦੇ ਹਾਂ ਰਾਜਨੀਤਿਕ ਵਿਗਿਆਨ ਤੇ ਰਾਜਨੀਤਿਕ ਸਿਧਾਂਤ। ਰਾਜਨੀਤੀ ਸ਼ਾਸਤਰ ਦਾ ਹੀ ਪਾਰਟ ਹੈ ਰਾਜਨੀਤਿਕ ਸਿਧਾਂਤ। ਪਹਿਲੀ ਗੱਲ, ਸਿਧਾਂਤ ਰਾਜਨੀਤੀ ਸ਼ਾਸਤਰ ਲਈ ਕੰਮ ਕਰਦਾ ਤਾਂ ਕਿ ਥਿਊਰੀਜ਼ ਬਣਾਈਆਂ ਜਾਣ ਤੇ ਭਵਿੱਖਬਾਣੀਆਂ ਕੀਤੀਆਂ ਜਾ ਸਕਣ, ਇਹਨੂੰ ਵਿਗਿਆਨਕ ਰੂਪ ਦਿੱਤਾ ਜਾ ਸਕੇ। ਸੋ ਪੋਲੀਟੀਕਲ ਥਿਊਰੀ ਆਪਣੇ ਤੌਰ ਤੇ ਇੰਡੀਪੈਂਡੈਂਟ ਵਿਸ਼ਾ ਨਹੀਂ ਹੈ, ਸਗੋਂ ਪੋਲੀਟੀਕਲ ਸਾਇੰਸ ਦਾ ਹੀ ਇੱਕ ਹਿੱਸਾ ਹੈ। ਸੋ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ। ਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ AK, ਤੇ ਸਬਸਕ੍ਰਾਈਬ ਵੀ ਕਰੋ ਤੇ ਲਾਈਕ, ਸ਼ੇਅਰ ਤੇ ਕਮੈਂਟ ਵੀ ਕਰੋ ਇਸ ਵੀਡੀਓ ਨੂੰ। ਥੈਂਕ ਯੂ ਵੈਰੀ ਮਚ, ਥੈਂਕ ਯੂ।